Good morning to all of you. I am Professor Ratnesh Pal Singh from Department of Management Studies, Mata Gujari College, Fatehgarh Sahib, standing in front of you for sharing my views on the topic of the qualitative research ਜਿਹੜਾ ਕਿ ਆਪਾਂ ਮੋਡਿਊਲ 1 ਤੋਂ ਸ਼ੁਰੂ ਕੀਤਾ ਹੋਇਆ। ਹੁਣ ਆਪਾਂ ਇਸ ਟਾਈਮ ਉਸਦਾ ਮੋਡਿਊਲ 2 ਸਟਾਰਟ ਕਰਨ ਲੱਗੇ ਹਾਂ। ਬੇਸਿਕਲੀ ਮੋਡਿਊਲ 2 ਦੇ ਵਿੱਚ ਆਪਾਂ ਅੱਗੇ ਜਾ ਕੇ ਅੱਜ ਫੋਕਸ ਗਰੁੱਪ ਦੇ ਉੱਪਰ ਥੋੜਾ ਸਟੱਡੀ ਕਰਾਂਗੇ, ਜਿਹੜੀ ਕਿ ਸਭ ਤੋਂ ਪਹਿਲੀ ਟੈਕਨੀਕ ਹੈ। ਪਿਛਲੀ ਮੋਡਿਊਲ 'ਚ ਵੀ ਆਪਾਂ ਇਹ ਸਲਾਈਡ ਲੈ ਕੇ ਆਏ ਸੀ, ਉਹਦੀ ਕੰਟੀਨਿਊਟੀ ਬਣਾਉਣ ਦੇ ਲਈ ਦੁਬਾਰਾ ਇਸ ਸਲਾਈਡ ਨੂੰ ਸ਼ੋ ਕਰ ਰਹੇ ਹਾਂ। ਵੀ ਆਪਣੇ ਕੋਲ ਦੋ ਮੈਥਡਸ ਹੈ ਕੁਆਲਿਟੇਟਿਵ ਦੇ ਵਿੱਚ, ਡਾਇਰੈਕਟ ਤੇ ਇਨਡਾਇਰੈਕਟ, ਜਿਸ 'ਚ ਆਪਣੇ ਕੋਲ ਫੋਕਸ ਗਰੁੱਪ ਤੇ ਡੈਪਥ ਇੰਟਰਵਿਊਜ਼ ਆ ਜਾਂਦੀਆਂ, ਉਧਰ ਆਪਣੇ ਕੋਲ ਪ੍ਰੋਜੈਕਟਿਵ ਟੈਕਨੀਕਸ ਆ ਜਾਂਦੀਆਂ। ਇਨਡਾਇਰੈਕਟ ਦੇ ਵਿੱਚ, ਪ੍ਰੋਜੈਕਟਿਵ ਦੇ ਵਿੱਚ ਆਪਣੇ ਕੋਲ ਐਸੋਸੀਏਸ਼ਨ, ਕੰਪਲੀਸ਼ਨ ਟੈਕਨੀਕਸ, ਕੰਸਟਰਕਸ਼ਨ ਟੈਕਨੀਕਸ ਤੇ ਐਕਸਪ੍ਰੈਸਿਵ ਟੈਕਨੀਕਸ ਆ ਜਾਂਦੀਆਂ। ਆਪਾਂ ਜਿਹੜੀ ਚੀਜ਼ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ, ਆਪਾਂ ਸਟਾਰਟ ਕਰਾਂਗੇ ਫੋਕਸ ਗਰੁੱਪ ਦੇ ਵਿੱਚ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਵੀ ਫੋਕਸ ਗਰੁੱਪ ਇੰਟਰਵਿਊਜ਼ ਹੁੰਦੀਆਂ ਕੀ ਹੈ, ਜਾਂ ਫੋਕਸ ਗਰੁੱਪ ਕੀ ਹੁੰਦੀ ਹੈ, ਜਾਂ ਫੋਕਸ ਗਰੁੱਪ ਇੰਟਰਵਿਊਜ਼ ਕੀ ਹੁੰਦੀ ਹੈ। A focus group is an interview conducted by a trained moderator, is a non-structured and natural manner with a small group of the respondents. ਇੱਕ moderator ਦੇ ਦੁਆਰਾ, ਇੱਕ trained moderator ਦੇ ਦੁਆਰਾ ਇੱਕ non-structured ਤੇ natural manner 'ਚ ਇੱਕ small groups ਦੇ ਨਾਲ interview ਕੀਤੀ ਜਾਂਦੀ ਹੈ। ਇੱਕ small group ਆਪਾਂ ਲੈ ਲੈਂਦੇ ਹਾਂ, ਉਸ ਦੇ ਨਾਲ ਇੱਕ trained moderator ਆਪਾਂ ਨੂੰ hire ਕਰਦੇ ਹਾਂ, ਜਿਹੜਾ ਉਹਨਾਂ ਬੰਦਿਆਂ ਦੀ interview ਕਰਦਾ ਹੈ। ਇੱਕ non-structured ਹੁੰਦੀ ਹੈ ਤੇ ਬਿਲਕੁਲ natural manners ਦੇ ਨਾਲ ਹੁੰਦੀ ਹੈ। The moderator leads a discussion, ਜਿਹੜਾ moderator ਹੋਏਗਾ ਉਹ discussion ਨੂੰ lead ਕਰਦਾ ਹੈ। The main purpose of the focus group is to gain insights by listening to a group of people from the appropriate target market, talk about the issues of interest to the researchers. ਇਸ ਕਰਦੇ ਕਿ ਆ focus group ਦਾ main motive ਕੀ ਹੈ, ਜਿਹੜਾ ਆਪਣਾ target audience ਹੈ, ਆਪਾਂ ਉਹਨਾਂ ਦੇ ਵਿੱਚੋਂ ਕਸਟਮਰ ਨੂੰ ਸਿਲੈਕਟ ਕਰਦੇ ਹਾਂ, ਗਰੁੱਪ ਨੂੰ ਸਿਲੈਕਟ ਕਰਦੇ ਹਾਂ, ਤੇ ਰਿਸਰਚਰਸ ਨੂੰ ਜਿਹੜੀ ਚੀਜ਼ ਪੁੱਛਣੀ ਹੁੰਦੀ ਹੈ ਉਸਦੇ ਉਹਨਾਂ ਇਸ਼ੂਜ਼ ਦੇ ਉੱਪਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। The value of the technique lies in the unexpected findings obtained from the free flowing group discussions. ਉਹ ਹੁੰਦਾ ਵੈਲਿਊ ਕਿੱਥੇ ਹੋਊਗੀ, ਜਿਹੜੀ ਆਪਾਂ ਨੂੰ ਚ ਫ੍ਰੀ ਫਲੋ ਇਨਫੋਰਮੇਸ਼ਨ ਮਿਲ ਰਹੀ ਹੈ, ਆਪਾਂ ਉਹਨਾਂ ਫਾਈਂਡਿੰਗਸ ਨੂੰ ਕਿਵੇਂ ਕਲੈਕਟ ਕਰ ਰਹੇ ਹਾਂ। ਜਦੋਂ ਆਪਾਂ ਇਹਦੀ ਕਰੈਕਟਰਿਸਟਿਕਸ ਦੀ ਗੱਲ ਕਰਾਂਗੇ ਤਾਂ ਕਰੈਕਟਰਿਸਟਿਕ ਸਭ ਤੋਂ ਪਹਿਲਾਂ ਆਉਂਦਾ ਗਰੁੱਪ ਸਾਈਜ਼। ਜਿਹੜਾ ਇਹਦੇ ਵਿੱਚ ਗਰੁੱਪ ਸਾਈਜ਼ ਹੁੰਦਾ ਨਾ, ਸਿਰਫ 8 ਤੋਂ 12 ਬੰਦਿਆਂ ਦਾ ਹੁੰਦਾ, ਇਸ ਤੋਂ ਉੱਪਰ ਨਹੀਂ ਹੁੰਦਾ, ਕਿਉਂਕਿ ਜੇ ਆਪਾਂ ਜ਼ਿਆਦਾ ਕਰ ਲਾਂਗੇ ਨਾ ਤੇ ਰਸ਼ ਇਕੱਠਾ ਹੋ ਜਾਊਗਾ। ਤੁਸੀਂ ਕਹਿੰਦੇ ਇੱਕ ਛੋਟਾ ਗਰੁੱਪ ਸਾਈਜ਼ ਹੀ ਰੱਖਦੇ ਹਾਂ ਤਾਂ ਜੋ ਆਪਾਂ ਹਰੇਕ ਬੰਦੇ ਨਾਲ ਗੱਲ ਕਰ ਸਕੀਏ, ਹਰੇਕ ਬੰਦੇ ਦੇ ਵਿਊਜ਼ ਆਪਾਂ ਲੈ ਸਕੀਏ। ਜਿੰਨਾ ਵੱਡਾ ਗਰੁੱਪ ਹੋਏਗਾ ਆਪਾਂ ਨੂੰ ਵਿਊਜ਼ ਉਨੇ ਹੀ ਲੈਣੇ ਔਖੇ ਹੋ ਜਾਣਗੇ, ਔਰ ਸਭ ਤੋਂ ਵੱਡੀ ਗੱਲ ਆਪਾਂ ਨੂੰ ਉਨੇ ਕੁ ਵਿਊਜ਼ ਇਕੱਠੇ ਕਰਨੇ, ਰਿਵਿਊਜ਼ ਇਕੱਠੇ ਕਰਨੇ ਵੀ ਔਖੇ ਹੋਣਗੇ। ਸੋ ਜਿੰਨਾ ਗਰੁੱਪ ਦਾ ਸਾਈਜ਼ ਛੋਟਾ ਹੋਏਗਾ ਉਨਾ ਹੀ ਆਪਣੇ ਲਈ ਵਧੀਆ ਹੋ ਜਾਏਗਾ। 8 ਤੋਂ 12 ਦਾ ਗਰੁੱਪ ਹੁੰਦਾ, ਇੱਕ ਸਫੀਸ਼ੀਐਂਟ ਗਰੁੱਪ ਹੁੰਦਾ। ਐਂਡ ਸਭ ਤੋਂ ਇੰਪੋਰਟੈਂਟ ਜਿਹੜੀ ਇਸ 'ਚ ਹੁੰਦੀ ਹੈ, ਗਰੁੱਪ ਕੰਸਿਸਟ ਆਫ ਦਾ ਹੋਮੋਜੀਨੀਅਸ ਰਿਸਪੋਂਡੈਂਟਸ। ਹੋਮੋਜੀਨੀਅਸ ਦਾ ਮਤਲਬ ਹੁੰਦਾ ਹੈ ਇੱਕੋ ਤਰ੍ਹਾਂ ਦੇ ਰਿਸਪੋਂਡੈਂਟਸ ਉਸ ਦੇ ਵਿੱਚ ਹੋਣਗੇ, ਅਲੱਗ-ਅਲੱਗ ਨਹੀਂ ਹੋਣਗੇ। ਕਿਉਂਕਿ ਕਿਸੇ ਮਾਰਕੀਟ ਸੈਗਮੈਂਟ 'ਚ ਲੈ ਲਿਆ, ਕੋਈ ਕਿਸੇ 'ਚ ਲੈ ਲਿਆ, ਕੋਈ ਕਿਸੇ 'ਚ ਨਹੀਂ, ਇੱਕੋ ਹੋਮੋਜੀਨੀਅਸ ਗਰੁੱਪ ਇਸ ਦੇ ਵਿੱਚ ਹੋਏਗਾ। ਸਭ ਤੋਂ ਇੰਪੋਰਟੈਂਟ ਪੁਆਇੰਟ ਹੈ, ਇਟ ਇਜ਼ ਕੰਡਕਟਡ ਇਨ ਅ ਰਿਲੈਕਸਡ ਮੈਨਰ ਐਂਡ ਇਨ ਐਨ ਇਨਫਾਰਮਲ ਮੈਨਰ। ਜਿਹੜਾ ਇਹ ਗਰੁੱਪ ਇੰਟਰਵਿਊ ਹੁੰਦੀ ਹੈ ਬਿਲਕੁਲ ਬਹੁਤ ਰਿਲੈਕਸਡ ਮੈਨਰ ਵੇ ਨਾਲ ਹੁੰਦੀ ਹੈ, ਤਾਂ ਜੋ ਔਰ ਇੱਕ ਇਨਫਾਰਮਲ ਮੈਨਰ ਹੁੰਦੀ। ਪਤਾ ਕਿ ਜੇ ਆਪਾਂ ਰਿਲੈਕਸਡ ਮੈਨਰ ਨਹੀਂ ਨਾ ਰੱਖਾਂਗੇ ਤਾਂ ਜਿਹੜੇ ਆਪਾਂ ਰਿਸਪੋਂਡੈਂਟਸ ਬੁਲਾ ਰੱਖੇ ਆ ਉਹ ਬੜੇ ਡਰੇ ਜਿਹੇ ਜਵਾਬ ਦੇਣਗੇ, ਉਸ ਦਾ ਜਵਾਬ ਦੇਣੀ ਨਾ, ਕੋਈ ਬੋਲਣੀ ਨਾ ਉਸ ਚੋਂ, ਠੀਕ ਹੈ। ਉਹ ਇੱਕ ਬੜੇ ਰਿਲੈਕਸਡ ਮੈਨਰ 'ਚ ਹੁੰਦੀ ਹੈ। ਪਹਿਲਾਂ ਰਿਸਪੋਂਡੈਂਟ ਨੂੰ ਬੁਲਾ ਕੇ ਬੜੇ ਆਰਾਮ ਨਾਲ ਰਿਲੈਕਸ ਕਰਵਾਇਆ ਜਾਂਦਾ ਹੈ, ਈਜ਼ੀ ਫੀਲ ਕਰਵਾਇਆ ਜਾਂਦਾ ਹੈ। ਫਿਰ ਇੱਕ ਬੜੇ ਇਨਫਾਰਮਲ ਵੇ ਨਾਲ ਮੋਡਰੇਟਰ ਜਿਹੜਾ ਉਸ ਚੀਜ਼ ਨੂੰ ਅੱਗੇ ਹੈਂਡਲ ਕਰਦਾ ਹੈ। ਇਟ ਯੂਜ਼ਲੀ ਕੰਟੀਨਿਊ ਫॉर 1 to 3 ਆਵਰਸ, ਨੋ ਡਾਊਟ। 1 ਤੋਂ 3 ਘੰਟੇ ਦਾ ਟਾਈਮ ਲੱਗਦਾ ਹੈ ਇਸ ਇੰਟਰਵਿਊ ਨੂੰ ਕੰਡਕਟ ਕਰਨ ਦੇ ਲਈ। Audio cassettes and the video tapes are used for recording the responses. Various audio cassettes ਜਾਂ video tapes ਆਪਾਂ ਰੱਖਦੇ ਆ, ਜਿਹੜੇ ਕਿਉਂਕਿ ਬੰਦੇ ਜੋ ਬੋਲ ਰਹੇ ਆ ਆਪਾਂ ਉਹਨਾਂ ਦੇ ਰਿਵਿਊਜ਼ ਨੂੰ ਜਾਂ ਵਿਊਜ਼ ਨੂੰ, ਠੀਕ ਹੈ, ਕਲੈਕਟ ਕਰਨਾ ਹੈ। ਹੁਣ ਸਾਰਾ ਕੁਝ ਲਿਖਿਆ ਤਾਂ ਜਾ ਨਹੀਂ ਸਕਦਾ। ਹੁਣ 12 ਬੰਦੇ ਬੋਲ ਰਹੇ ਆ, 12 ਬੰਦੇ ਆਪਾਂ ਲਿਖ ਤਾਂ ਸਕਦੇ ਨਹੀਂ। ਇਸ ਕਰਕੇ ਉੱਥੇ ਆਪਾਂ ਆਡੀਓ ਕੈਸੇਟਸ ਰੱਖ ਲੈਂਦੇ ਜਾਂ ਵੀਡੀਓ ਟੇਪਸ ਰੱਖ ਲੈਂਦੇ, ਜੇ ਸਾਰੀ ਉਹਨਾਂ ਦੀ ਰਿਕਾਰਡਿੰਗ ਹੁੰਦੀ ਰਹਿੰਦੀ ਹੈ। The moderator should have experience, good communication skills and the high IQ level. ਜਿਹੜਾ ਮੋਡਰੇਟਰ ਉੱਥੇ ਬੈਠਾ ਹੋਇਆ ਨਾ, ਇੱਕ ਚੀਜ਼ ਧਿਆਨ ਰੱਖੋ, ਜਿਹੜੀ ਆਪਣੀ ਫੋਕਸ ਗਰੁੱਪ ਹੈ ਜਾਂ ਆਪਾਂ ਅੱਗੇ ਜਾ ਕੇ ਡੈਪਥ ਇੰਟਰਵਿਊਜ਼ ਕਰਾਂਗੇ ਜਾਂ ਜਿਸ 'ਚ ਵੀ ਮੋਡਰੇਟਰ ਇਨਵੋਲਵ ਹੈ, ਤਾਂ ਮੋਡਰੇਟਰ ਦਾ ਇੱਕ ਬਹੁਤ ਵੱਡਾ ਰੋਲ ਹੈ ਇਹਨਾਂ ਇੰਟਰਵਿਊਜ਼ ਨੂੰ ਸਕਸੈਸ ਬਣਾਉਣ ਦੇ ਵਿੱਚ। ਉਸਦਾ ਐਕਸਪੀਰੀਅੰਸ, ਉਹਦੀ ਕਮਿਊਨੀਕੇਸ਼ਨ ਸਕਿੱਲਸ, ਉਹਦਾ IQ ਲੈਵਲ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਉਸ ਕੋਲ ਐਕਸਪੀਰੀਅੰਸ ਨਹੀਂ ਹੈ ਤਾਂ ਗਰੁੱਪ ਨੂੰ ਇੰਟਰਵਿਊ ਕੰਡਕਟ ਨਹੀਂ ਕਰ ਸਕੇਗਾ। ਜਿਹਦੀਆਂ ਆਪਣੀ ਕਮਿਊਨੀਕੇਸ਼ਨ ਸਕਿੱਲਸ ਮਾੜੀਆਂ ਤਾਂ ਵੀ ਉਹ ਗੱਲਬਾਤ ਨਹੀਂ ਪ੍ਰੋਪਰ ਵੇ ਨਾਲ ਕਰ ਸਕੇਗਾ। ਟੂ ਦਾ ਪੁਆਇੰਟ ਕੁਐਸਚਨ ਪੁੱਛੇਗਾ ਤੇ ਵਾਪਸ ਆ ਜਾਏਗਾ। ਔਰ ਆਪਾਂ ਫੋਕਸ ਗਰੁੱਪ ਇਸ ਕੰਮ ਵਾਸਤੇ ਕਰ ਨਹੀਂ ਰਹੇ ਵੀ ਟੂ ਦਾ ਪੁਆਇੰਟ ਆਪਣੇ ਕੋਲ ਇਨਫੋਰਮੇਸ਼ਨ ਵਾਪਸ ਆਏ, ਠੀਕ ਹੈ ਨਾ। ਆਪਾਂ ਤਾਂ ਇਨਫੋਰਮੇਸ਼ਨ ਕਲੈਕਟ ਕਰ ਰਹੇ ਵੀ ਬਹੁਤ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੋਲ ਇਨਫੋਰਮੇਸ਼ਨ ਆ ਜਾਏ। ਐਂਡ ਹਾਈ IQ ਲੈਵਲ, ਉਸਦਾ IQ ਲੈਵਲ ਆਪਣਾ ਬੰਦੇ ਦਾ ਹਾਈ ਹੋਣਾ ਚਾਹੀਦਾ, ਜਿਹਨੂੰ ਆਪਾਂ ਇੰਟੈਲੀਜੈਂਸ ਲੈਵਲ ਵੀ ਕਹਿ ਲੈਂਦੇ ਹਾਂ। ਹਾਂ, ਇਸ ਚੀਜ਼ ਨੂੰ ਅੱਗੇ ਆਪਾਂ ਲੈ ਕੇ ਚੱਲ ਰਹੇ ਹਾਂ, ਦੈਟ ਇਜ਼ ਦ ਕੁਆਲਿਟੀਜ਼ ਆਫ ਅ ਮੋਡਰੇਟਰ।
ਜਿਹੜਾ ਬੰਦਾ ਉੱਥੇ ਇੰਟਰਵਿਊਜ਼ ਮੋਡਰੇਟ ਕਰ ਰਿਹਾ ਉਹਦੀਆਂ ਕੀ ਕੁਆਲਿਟੀਜ਼ ਨੇ। he should be the he or she must be the neutral one। ਜਿਹੜਾ ਬੰਦਾ ਨਾ ਉਹ ਨਿਊਟਰਲ ਹੋਣਾ ਚਾਹੀਦਾ, ਜੇ ਦੋਨੋਂ ਪਾਸੇ ਦੀ ਆਪਣੀ ਗੱਲ ਵੀ ਰੱਖ ਸਕੇ ਤੇ ਸਾਹਮਣੇ ਵਾਲੇ ਜਿਹੜਾ ਬੰਦਾ ਗਰੁੱਪ ਬੈਠਾ ਉਹਨਾਂ ਦੀ ਗੱਲ ਵੀ ਸੁਣ ਸਕੇ। he should have the ability to excite the discussions। ਉਸਦੇ ਕੋਲ ਇੰਨੀ ਕੁ ਐਬਿਲਿਟੀ ਹੋਣੀ ਚਾਹੀਦੀ ਹੈ ਵੀ ਉਹ ਜਿਹੜੀ ਡਿਸਕਸ਼ਨ ਚੱਲ ਰਹੀ ਹੈ ਉਸਨੂੰ ਥੋੜਾ ਵਧੀਆ ਬਣਾ ਸਕੇ, ਜਾਂ ਜਿਹਨੂੰ ਆਪਾਂ ਪੰਜਾਬੀ ਚ ਕਈ ਵਾਰ ਕਹਿੰਦੇ ਥੋੜਾ ਮਜ਼ੇਦਾਰ ਤਰੀਕੇ ਨਾਲ ਕਰ ਸਕੇ, ਬੋਰਿੰਗ ਜਿਹਾ ਕੰਮ ਨਾ ਲੈ ਕੇ ਚੱਲੇ। encourage the respondent to be specific about the general answers। ਠੀਕ ਹੈ, ਰਿਸਪੋਂਡੈਂਟਸ ਨੂੰ ਇਨਕਰੇਜ ਕਰੇ ਵੀ ਸਪੈਸੀਫਿਕ ਰਹਿਣ ਥੋੜਾ ਜਿਹਾ ਆਪਣੇ ਜਨਰਲ ਆਨਸਰਸ ਦੇਣ ਦੇ ਵਿੱਚ। encourage the unresponsive respondents to participate। ਹੁਣ ਜ਼ਰੂਰੀ ਨਹੀਂ ਹੈ ਵੀ ਉੱਥੇ ਸਾਰੇ ਦੇ ਸਾਰੇ ਰਿਸਪੋਂਡੈਂਟਸ ਜਿਹੜੇ ਆ ਉਹ ਪਾਰਟਿਸਿਪੇਟ ਕਰਨਗੇ, ਠੀਕ ਹੈ ਨਾ, ਬਟ ਇਹ ਮੋਡਰੇਟਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਉਹਨਾਂ ਨੂੰ ਆਇਡੈਂਟੀਫਾਈ ਕਰੇ ਤੇ ਦੇਖੇ ਕਿਹੜਾ ਬੰਦਾ ਉਸ 'ਚ ਪਾਰਟਿਸਿਪੇਟ ਨਹੀਂ ਕਰ ਰਿਹਾ ਤਾਂ ਉਸ ਨੂੰ ਵੀ ਪਾਰਟਿਸਿਪੇਟ ਕਰਾਏ, ਉਹਨੂੰ ਇਨਕਰੇਜ ਕਰੇ ਵੀ ਤੂੰ ਵੀ ਬੋਲ ਕੁਛ, ਉਸ ਤਰੀਕੇ ਨਾਲ ਕੁਛ ਨਾ ਕੁਛ ਟੈਕਨੀਕਸ ਲੱਭੇ। he should have the flexibility to adjust the plan of the interview according to the proceedings of the interview। ਜਿਸ ਤਰੀਕੇ ਦੀ ਆਪਾਂ ਪ੍ਰੋਸੀਡਿੰਗਸ ਲੈ ਕੇ ਚੱਲ ਰਹੇ ਹਾਂ ਉਸ ਤਰੀਕੇ ਨਾਲ ਇੰਟਰਵਿਊ ਨੂੰ ਪ੍ਰੋਪਰਲੀ ਵੇ ਨਾਲੋਂ ਐਡਜਸਟ ਕਰ ਸਕੇ। he should guide the discussions at an intelligent as well as an emotional level। ਜਿਹੜੀਆਂ ਡਿਸਕਸ਼ਨਸ ਹੈ ਉਹਨੂੰ ਗਾਈਡ ਕਰ ਸਕੇ ਪ੍ਰੋਪਰ ਇੰਟੈਲੀਜੈਂਟ ਵੇ ਦੇ ਨਾਲ ਤੇ ਐਟ ਇਮੋਸ਼ਨਲ ਲੈਵਲ as well। he should use limited time effectively। ਜਿਹੜਾ ਉਹਨੂੰ ਟਾਈਮ ਮਿਲਿਆ ਨਾ ਉਸ ਟਾਈਮ ਨੂੰ ਬੜੇ ਇਫੈਕਟਿਵਲੀ ਵੇ ਦੇ ਨਾਲ ਯੂਜ਼ ਕਰੇ। wherever required rapid and the analysis should be used to stimulate the discussion। ਹੁਣ ਕਈ ਪੁਆਇੰਟ ਇਹੋ ਜਿਹੇ ਆਉਂਦੇ ਤੇ ਨਾਲ ਆਪਾਂ ਨੂੰ ਕੁਛ ਨਾ ਕੁਛ ਰੈਪਿਡ ਐਨਾਲਿਸਿਸ ਦੇਣਾ ਪੈਂਦਾ, ਉਹ ਕਰਨ ਚ ਉਹਨੂੰ ਕੈਪੇਬਿਲਿਟੀ ਹੋਣੀ ਚਾਹੀਦੀ, ਉਹ ਤਾਂ ਹੀ ਹੋਏਗਾ ਜਿਵੇਂ ਆਪਾਂ ਪਿਛਲੇ ਪੁਆਇੰਟ ਚ ਕਰਕੇ ਆਏ ਉਹਦੀ ਆਪਣੀਆਂ ਸਕਿੱਲਸ, ਉਹਦੀ ਆਪਣੀ ਨੌਲੇਜ, ਉਹਦਾ ਆਪਣਾ IQ ਲੈਵਲ ਉੱਥੇ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਨਾ, ਤਾਂ ਜੋ ਜੇ ਕੋਈ ਫਟਾਫਟ ਵੀ ਕਿਸੇ ਚੀਜ਼ ਦਾ ਉਹਨੂੰ ਐਨਾਲਿਸਿਸ ਕਰਨਾ ਪੈ ਰਿਹਾ ਤਾਂ ਨਾਲ ਦੀ ਨਾਲ ਉਸ ਚੀਜ਼ ਦਾ ਐਨਾਲਿਸਿਸ ਕਰ ਸਕੇ। should have complete knowledge about the topic under discussion so that he can clarify the doubts of the participants। ਉਸ ਬੰਦੇ ਕੋਲ ਪ੍ਰੋਡਕਟ ਸਬਜੈਕਟ ਦੇ ਰਿਗਾਰਡਿੰਗ ਆਪ ਵੀ ਨੌਲੇਜ ਹੋਣੀ ਚਾਹੀਦੀ ਹੈ। ਜੋ ਇੰਟਰਵਿਊ ਕੰਡਕਟ ਕਰਨ ਦੇ ਲਈ ਜਾ ਰਿਹਾ ਤਾਂ ਉਸ ਬੰਦੇ ਨੂੰ ਚਾਹੀਦਾ ਉਹ ਪਹਿਲਾਂ ਆਪਣਾ ਕੰਪਲੀਟ ਹੋਮਵਰਕ ਕਰਕੇ ਜਾਏ, ਕੰਪਲੀਟ ਨੌਲੇਜ ਲੈ ਕੇ ਜਾਵੇ ਇੱਕ ਪਾਰਟਿਕੂਲਰ ਚੀਜ਼, ਇੱਕ ਪਾਰਟਿਕੂਲਰ ਟੌਪਿਕ ਦੇ ਅਕੋਰਡਿੰਗ, ਜਿਹੜੀ ਟੌਪਿਕ ਉਸ ਬੰਦੇ ਨੇ ਕੱਲ ਨੂੰ ਜਾ ਕੇ ਪੁੱਛਣਾ। ਜਿਵੇਂ ਆਪਾਂ ਸਾਰੇ ਟੀਚਰਸ ਹਾਂ, ਆਪਾਂ ਜੇ ਕਲਾਸ ਦੇ ਵਿੱਚ ਜਾਣਾ ਤਾਂ ਆਪਾਂ ਪਹਿਲਾਂ ਟੌਪਿਕ ਰਿਵਾਈਜ਼ ਕਰਕੇ ਜਾਂਦੇ ਹਾਂ, ਜਿਹੜਾ ਟੌਪਿਕ ਕਲਾਸ ਡਿਸਕਸ ਕਰਨਾ ਪਹਿਲਾਂ ਆਪਾਂ ਉਸ ਦੇ ਲਈ ਕੰਪਲੀਟ ਨੌਲੇਜ ਲੈ ਕੇ ਜਾਂਦੇ ਹਾਂ, ਤਾਂ ਹੀ ਆਪਾਂ ਉਸਨੂੰ ਬੈਟਰ ਕੁਆਲਿਟੀ ਨਾਲ ਅੱਗੇ ਡਿਸਕਸ ਕਰ ਸਕਦੇ ਹਾਂ ਜਾਂ ਬੰਦਿਆਂ ਨੂੰ ਦੱਸ ਸਕਦੇ ਹਾਂ। ਜੇ ਆਪਾਂ ਨੂੰ ਹੀ ਨਹੀਂ ਪਤਾ ਹੋਊਗਾ ਵੀ ਟੌਪਿਕ ਕੀ ਚੀਜ਼ ਆ, ਆਪਾਂ ਆਪਣਾ 100% ਕਲਾਸ 'ਚ ਜਾ ਕੇ ਨਹੀਂ ਦੇ ਸਕਦੇ, ਠੀਕ ਹੈ ਨਾ, ਕਿਉਂਕਿ ਅੱਗੇ ਜਿਹੜੇ ਬੱਚੇ ਬੈਠੇ ਹੋਏ ਆ ਉਹਨਾਂ ਦੇ ਬਹੁਤ ਡਾਊਟਸ ਹੋਣਗੇ। ਜੇ ਮੈਂ ਕਲਾਸ ਲੈਣ ਵਾਸਤੇ ਜਾ ਰਿਹਾ ਤਾਂ ਮੇਰੀ ਕਲਾਸ 'ਚ 50 ਬੱਚੇ ਬੈਠੇ ਤਾਂ ਮੈਨੂੰ ਇਹ ਵੀ ਉਹ 50 ਦੇ 50 ਡਾਊਟਫੁਲ ਕੁਐਸਚਨ ਪੁੱਛਣਗੇ ਮੈਨੂੰ ਕੋਈ ਨਾ ਕੋਈ, ਮੈਨੂੰ ਇਸ ਤਰੀਕੇ ਨਾਲ ਆਪਣੀ ਤਿਆਰੀ ਕਰਕੇ ਜਾਣੀ ਪਏਗੀ। Lastly, he should be alert to the signs of the group losing its momentum and act appropriately। ਇੰਨਾ ਕੁ ਦਾ IQ ਲੈਵਲ ਹੋਵੇ ਤੁਹਾਨੂੰ ਪਤਾ ਲੱਗ ਜੇ ਬਈ ਮੇਰਾ ਗਰੁੱਪ ਕਿਸੇ ਹੋਰ ਕਿਹੜੇ ਪਾਸੇ ਨੂੰ ਤੁਰ ਪਿਆ, ਵੀ ਉਹਦਾ ਮੋਮੈਂਟਮ ਖਰਾਬ ਤਾਂ ਨਹੀਂ ਹੋ ਰਿਹਾ, ਔਰ ਜੇ ਹੋ ਰਿਹਾ ਤਾਂ ਮੈਨੂੰ ਪ੍ਰੋਪਰ ਐਕਟ ਐਪਰੋਪ੍ਰੀਏਟਲੀ ਤਾਂ ਪ੍ਰੋਪਰ ਮੈਂ ਉਸਨੂੰ ਠੀਕ ਤਰੀਕੇ ਨਾਲ ਵਾਪਸ ਟਰੈਕ ਦੇ ਉੱਪਰ ਲੈ ਕੇ ਆ ਸਕਾਂ। ਸੋ ਕੁਝ ਕੁਆਲਿਟੀਜ਼ ਹੈ ਮੋਡਰੇਟਰ ਦੀਆਂ, ਇਹ ਹੋਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਸਾਰੀ ਫੋਕਸ ਗਰੁੱਪ ਇੰਟਰਵਿਊ ਮੋਡਰੇਟਰ ਦੇ ਉੱਪਰ ਹੀ ਡਿਪੈਂਡ ਕਰੇਗੀ। ਜੇ ਮੋਡਰੇਟਰ ਨੇ ਕੁਝ ਗਲਤ ਕਰਤਾ ਤਾਂ ਆਪਣੀ ਸਾਰੀ ਇੰਟਰਵਿਊ ਖਤਮ ਹੋ ਜਾਏਗੀ, ਉਹਦਾ ਕੋਈ ਫਾਇਦਾ ਨਹੀਂ ਹੋਣਾ। Then procedure for planning and conducting the focus groups। Determine the objectives of marketing research project and define the problem। ਜਿਹੜੀ ਆਪਣੀ ਰਿਸਰਚ ਪ੍ਰੋਜੈਕਟ ਹੈ ਉਹਨਾਂ ਦੇ ਆਬਜੈਕਟਿਵਸ ਨੂੰ ਤੇ ਪ੍ਰੋਬਲਮ ਨੂੰ ਡਿਫਾਈਨ ਕਰੋ। ਉਹਦੇ ਆਬਜੈਕਟਿਵਸ ਕੀ ਹੈ ਤੇ ਆਪਣੀ ਪ੍ਰੋਬਲਮ ਕੀ ਹੈ, ਪ੍ਰੋਪਰਲੀ ਮੇਰਾ ਉਸ ਚੀਜ਼ ਨੂੰ ਡਿਫਾਈਨ ਕਰੋ। ਪਹਿਲਾਂ ਆਪਣੇ ਆਬਜੈਕਟਿਵ ਨੂੰ ਫਾਈਂਡ ਆਊਟ ਕਰੋ, ਫਿਰ ਆਪਣੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਡਿਫਾਈਨ ਕਰੋ। ਸਪੈਸੀਫਾਈ ਦਾ ਆਬਜੈਕਟਿਵ ਆਫ ਦਾ ਕੁਆਲਿਟੇਟਿਵ ਰਿਸਰਚ। ਕੁਆਲਿਟੇਟਿਵ ਰਿਸਰਚ ਦੇ ਆਬਜੈਕਟਿਵਸ ਜਿਹੜੇ ਆ ਉਹਨਾਂ ਨੂੰ ਸਪੈਸੀਫਾਈ ਕਰ ਦਿਓ। ਸਟੇਟ ਦਾ ਆਬਜੈਕਟਿਵਸ ਕੁਐਸਚਨਸ ਟੂ ਬੀ ਆਨਸਰਡ ਬਾਈ ਦਾ ਫੋਕਸ ਗਰੁੱਪ। ਫਿਰ ਇਹ ਦੇਖ ਲਓ, ਜ਼ਰੂਰੀ ਨਹੀਂ ਆਪਾਂ ਹਰੇਕ ਚੀਜ਼ ਦੀ ਆਪਾਂ ਨੂੰ ਇਨਫੋਰਮੇਸ਼ਨ ਕੁਆਲਿਟੇਟਿਵ ਤੋਂ ਕਿਸੇ ਹੋਰ ਕੁਆਲਿਟੇਟਿਵ ਤੋਂ ਮਿਲੇਗੀ, ਕਿਸੇ ਹੋਰ ਤੋਂ ਵੀ ਮਿਲ ਸਕਦੀ ਹੈ। ਜਿਹੜੀ ਇਨਫੋਰਮੇਸ਼ਨ ਆਪਾਂ ਨੂੰ ਕੁਆਲਿਟੇਟਿਵ ਤੋਂ ਮਿਲਣੀ ਹੈ ਉਹਨਾਂ ਨੂੰ ਇੱਕ ਪਾਸੇ ਕਰ ਲਓ। ਰਾਈਟ ਅ ਸਕਰੀਨਿੰਗ ਕੁਐਸਚਨਰੀ, ਉਹਦੀ ਇੱਕ ਪ੍ਰੋਪਰ ਸਕਰੀਨਿੰਗ ਕੁਐਸਚਨਰੀ ਪ੍ਰਿਪੇਅਰ ਕਰ ਲਓ। ਡਿਵੈਲਪ ਅ ਮੋਡਰੇਟਰਸ ਆਊਟਲਾਈਨ। ਫਿਰ ਮੋਡਰੇਟਰ ਜਿਹਨੇ ਇੰਟਰਵਿਊ ਕੰਡਕਟ ਕਰਨ ਵਾਸਤੇ ਜਾਣਾ ਉਸਦੀ ਇੱਕ ਆਊਟਲਾਈਨ ਡਿਫਾਈਨ ਕਰ ਦਿਓ, ਉਸਦਾ ਕੰਮ ਡਿਫਾਈਨ ਕਰ ਦਿਓ ਸਾਰਾ ਕੁਝ। ਕੰਡਕਟ ਦਾ ਫੋਕਸ ਗਰੁੱਪ ਇੰਟਰਵਿਊਜ਼, ਜਿਹੜਾ ਹੁਣ ਜਿਸ ਦਿਨ ਦੀ ਫੋਕਸ ਗਰੁੱਪ ਇੰਟਰਵਿਊ ਤੁਸੀਂ ਰੱਖੀ ਹੋਈ ਹੈ ਉਸਨੂੰ ਕੰਡਕਟ ਕਰੋ। ਰਿਵਿਊ ਦਾ ਟੇਪਸ ਐਂਡ ਐਨਾਲਾਈਜ਼ ਦਾ ਡਾਟਾ। ਹੁਣ ਜਿਹੜਾ ਕੁਝ ਤੁਸੀਂ ਰਿਕਾਰਡਿੰਗ ਕੀਤੀ ਹੈ ਉਹਨੂੰ ਬੈਠ ਕੇ ਰਿਵਿਊ ਕਰੋ। ਉਹਨਾਂ ਰਿਵਿਊ ਦੇ ਬੇਸਿਸ, ਉਸ ਡਾਟਾ ਦੇ ਬੇਸਿਸ ਦੇ ਉੱਪਰ ਆਪਣੇ ਸਾਰੇ ਐਨਾਲਿਸਿਸ ਫਾਈਂਡ ਆਊਟ ਕਰੋ, ਬਣਾਓ। ਸਮਰਾਈਜ਼ ਦਾ ਫਾਈਂਡਿੰਗ ਐਂਡ ਪਲਾਨ ਦਾ ਫੋਲੋ ਅਪ ਰਿਸਰਚ ਔਰ ਦਾ ਐਕਸ਼ਨ। ਹੁਣ ਜੋ ਤੁਸੀਂ ਕੀਤਾ ਫਾਈਂਡਿੰਗਸ ਨੂੰ ਸਮਰਾਈਜ਼ ਕਰੋ। ਜੇ ਤੁਸੀਂ ਕਿਤੇ ਨੂੰ ਪ੍ਰੈਜ਼ੈਂਟ ਕਰਨਾ ਤਾਂ ਉਸ ਚੀਜ਼ ਨੂੰ ਅੱਗੇ ਜਾ ਕੇ ਪ੍ਰੈਜ਼ੈਂਟ ਕਰਕੇ ਆਓ, ਨਹੀਂ ਤਾਂ ਜੋ ਫੋਲੋ ਅਪ ਕਰਨਾ ਹੈ, ਠੀਕ ਹੈ, ਉਸ ਰਿਸਰਚ ਪਲਾਨ ਨੂੰ, ਉਸ ਰਿਸਰਚ ਐਕਸ਼ਨਸ ਨੂੰ ਅੱਗੇ ਤੋਂ ਅੱਗੇ
ਫੋਲੋ ਅਪ ਕਰਨਾ ਸਟਾਰਟ ਕਰ ਦੋ। ਦੈਨ ਆਪਣੇ ਕੋਲ ਕੁਝ ਐਡਵਾਂਟੇजेस ਆ ਜਾਂਦੀਆਂ ਫੋਕਸ ਗਰੁੱਪ ਦੀਆਂ, ਬੇਸਿਕਲੀ 10S ਦੇ ਉੱਪਰ ਇਸ ਨੂੰ ਡਿਸਕਸ ਕਰਦੇ ਹਾਂ। ਫਸਟ ਥਿੰਗ ਇਜ਼ ਦਾ synergism putting a group of people together will produce a wider range of the information। ਜੇ ਆਪਾਂ synergy ਦਾ concept ਕਹਿੰਦੇ ਨਾ 1 + 1 = 11, ਠੀਕ ਹੈ ਨਾ, ਉਹ ਵੀ ਜੇ ਦੋ ਬੰਦੇ ਮਿਲ ਗਏ ਤਾਂ ਵਧੀਆ ਹੀ ਕੁਝ ਹੋਏਗਾ। ਸੇਮ ਇਜ਼ ਦਾ ਕੇਸ ਉਹ ਸਿਨਰਜਿਜ਼ਮ ਦੇ ਵਿੱਚ ਆਏਗਾ। ਆਪਾਂ ਜਦੋਂ ਸਾਰਾ ਗਰੁੱਪ ਇੰਨਾ ਗਰੁੱਪ ਆਪਣੇ ਕੋਲ ਹੁੰਦਾ ਹੈ, ਉਸ ਗਰੁੱਪ 'ਚ ਬਹੁਤ ਇਨਫੋਰਮੇਸ਼ਨ ਹੁੰਦੀ ਹੈ, ਆਪਾਂ ਉਹਨਾਂ ਨੂੰ ਉੱਥੋਂ ਆਪਾਂ ਨੂੰ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਮਿਲ ਜਾਂਦੀ ਹੈ, ਆਈਡੀਆਜ਼ ਮਿਲ ਜਾਂਦੇ ਹੈ। snowballing, a bandwagon effect often operates in a group interview in that one person comments triggers a chain reaction for the other participants। ਇਸ ਨਾਲ ਕੀ ਹੁੰਦਾ, ਇੱਕ ਬੰਦਾ ਬੋਲਣਾ ਸ਼ੁਰੂ ਕਰਦਾ ਹੈ, ਉਹਦੇ ਨਾਲ ਨਾਲ 2-3 ਬੰਦੇ ਹੋਰ ਬੋਲਣੇ ਸ਼ੁਰੂ ਹੋ ਜਾਂਦੇ। ਪਹਿਲੇ ਬੰਦੇ ਨੇ ਇੱਕ ਪੁਆਇੰਟ ਬੋਲਿਆ, ਉਸ ਚੱਕਰ ਦੂਸਰੇ ਬੰਦੇ ਨੇ ਬੋਲਣਾ ਸ਼ੁਰੂ ਕਰਤਾ, ਫਿਰ ਤੀਜੇ ਨੇ ਬੋਲਣਾ ਸ਼ੁਰੂ ਕਰਤਾ, ਚੌਥੇ ਨੇ ਬੋਲਣਾ ਸ਼ੁਰੂ ਕਰਤਾ, ਇੱਕ ਚੇਨ ਰਿਐਕਸ਼ਨ ਟਾਈਪ ਬਣ ਜਾਂਦਾ ਹੈ। Stimulation, usually after a briefly introductory period, the respondents want to express their ideas and expose their feelings as general level of the excitement over the topic increases in the group। ਹੁਣ ਕੀ ਹੁੰਦਾ, ਜਿਵੇਂ ਜਦੋਂ ਇੰਟਰਵਿਊ ਸਟਾਰਟ ਹੁੰਦੀ ਹੈ ਨਾ, ਹੋ ਸਕਦਾ ਕੋਈ ਬੰਦਾ ਨਾ ਬੋਲੇ, ਪਰ ਜਿਵੇਂ ਜਿਵੇਂ ਉਹਨਾਂ ਬੰਦਿਆਂ ਦਾ ਇੰਟਰਸਟ ਬਣਦਾ ਜਾਏਗਾ, ਜਿਵੇਂ ਪਹਿਲੇ ਹੀ ਆਪਾਂ ਗੱਲ ਕੀਤੀ ਸੀ ਵੀ ਮੋਡਰੇਟਰ ਦੀ ਜ਼ਿੰਮੇਵਾਰੀ ਹੈ ਡਿਸਕਸ਼ਨ ਨੂੰ ਐਕਸਾਈਟਮੈਂਟ ਲੈ ਕੇ ਆਏ। ਜਿਵੇਂ ਮੋਡਰੇਟਰ ਐਕਸਾਈਟਮੈਂਟ ਲੈ ਕੇ ਆਏਗਾ ਜਾਂ ਉਹਨਾਂ ਦੀ ਜਿਹੜੇ ਇੰਟਰਵਿਊ ਦੇ ਰਹੇ ਆ ਉਹਨਾਂ ਦੀ ਐਕਸਾਈਟਮੈਂਟ ਇਨਕਰੀਜ਼ ਹੋਈ ਜਾਏਗੀ, ਉਹ ਹੋਰ ਵਧੀਆ ਤੋਂ ਵਧੀਆ ਇਨਫੋਰਮੇਸ਼ਨ ਆਪਾਂ ਨੂੰ ਦੇਣਗੇ। Security, because the participants' feelings are similar to those of the other group members, they feel comfortable and are therefore willing to express their ideas and the feelings। ਇਸ ਇਹੋ ਜਿਹੇ ਆਪਾਂ ਪਹਿਲਾਂ ਹੀ ਕਿਹਾ ਸੀ, ਆਪਾਂ ਇੱਕ ਹੋਮੋਜੀਨੀਅਸ ਗਰੁੱਪ ਚਾਹੀਦਾ ਜਿਸ 'ਚ ਸਾਰੇ ਸੇਮ ਹੋਣਗੇ। ਤਾਂ ਹੋਮੋਜੀਨੀਅਸ ਗਰੁੱਪ ਹੋਏਗਾ ਨਾ, ਹਰੇਕ ਬੰਦੇ ਲੱਗੇਗਾ ਵੀ ਆਹ ਬੰਦਾ ਤਾਂ ਮੇਰੇ ਵਰਗਾ ਹੀ ਹੈ, ਤਾਂ ਉਹ ਸਾਰੇ ਉਸ ਗਰੁੱਪ ਦੇ ਵਿੱਚ ਬੈਠ ਕੇ ਕੰਫਰਟੇਬਲ ਫੀਲ ਕਰਨਗੇ, ਜਿਸ ਕਰਕੇ ਆਪਾਂ ਨੂੰ ਹੋਰ ਵਧੀਆ ਆਈਡੀਆਜ਼ ਮਿਲ ਜਾਣਗੇ। Spontaneity, since participants are not required to answer specific questions, their responses can be spontaneous and unconventional and should be therefore provide an accurate ideas of their views। ठीक है, उन्होंने कुछ ये नहीं है कोई स्पेसिफिक क्वेश्चन नहीं आप उन्होंने सामने रखते, क्वेश्चन नहीं रखते भी हाँ जी यस नो च क्वेश्चन नहीं रख रहे होगे भी यस नो ਦੇ ਆਨਸਰ ਦੇ ਦਿਓ, ਨਹੀਂ, ਆਪਾਂ ਨੂੰ ਰਿਸਪੌਂਸਿਸ ਸਪੌਂਟੇਨੀਅਸ ਹੈ, ਜੋ ਆਪਾਂ ਪੁੱਛਿਆ ਉਹਨੂੰ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਆ ਗਿਆ ਅਗਲੇ ਨੇ ਨਾਲ ਦੀ ਨਾਲ ਬੋਲ ਕੇ ਆਪਾਂ ਨੂੰ ਦੱਸਤਾ, ਜਿਸ ਤੋਂ ਆਪਾਂ ਨੂੰ ਉਹਨਾਂ ਦੇ ਵਿਊਜ਼ ਜਿਹੜੇ ਆ ਉਹ ਪਤਾ ਲੱਗ ਜਾਂਦੇ ਆ। ਰਾਈਟ, serendipity, ideas are more likely to arise out in the group than the individual interviews। ਰਾਈਟ, ਹੁਣ ਜਦੋਂ ਗਰੁੱਪ ਦੇ ਵਿੱਚ ਬੰਦੇ ਬੈਠੇ ਹੁੰਦੇ ਨੇ ਨਾ, ਉਹ ਬਹੁਤ ਸਾਰੇ ਆਈਡੀਆਜ਼ ਹੁੰਦੇ ਆ, ਇਕੱਲਾ ਬੰਦਾ ਕਈ ਵਾਰੀ ਆਈਡੀਆਜ਼ ਨਹੀਂ ਦੇ ਸਕਦਾ, ਜਦੋਂ ਗਰੁੱਪ 'ਚ ਬੈਠੇ ਹੁੰਦੇ ਆਪਾਂ ਨੂੰ ਬਹੁਤ ਸਾਰੇ ਆਈਡੀਆਜ਼ ਮਿਲ ਜਾਂਦੇ। Specialization, because a number of participants are involved simultaneously, usually a use of high trained but expensive interview is justified। ਹੁਣ ਨੋ ਡਾਊਟ ਆਪਾਂ ਇੰਟਰਵਿਊ ਕਰਨੀ ਆ, ਇਸ ਇੰਟਰਵਿਊ ਆਪਾਂ ਨੂੰ ਬਹੁਤ ਐਕਸਪੀਰੀਅੰਸ ਬੰਦਾ ਵੀ ਚਾਹੀਦਾ ਹੈ, ਠੀਕ ਹੈ ਨਾ, ਜਿਸ ਕਰਕੇ ਥੋੜਾ ਜਿਹਾ ਰੇਟ ਇਨਕਰੀਜ਼ ਕਰ ਐਕਸਪੈਂਸਿਵ ਹੋ ਜਾਂਦੀ ਹੈ ਇੰਟਰਵਿਊ, ਬਟ ਉਹ ਜਸਟੀਫਾਈਡ ਹੈ। ਸਾਇੰਟਿਫਿਕ ਸਿਕਿਉਰਿਟੀ, the group interviews allow the close security of the data collection process in that observers can witness the session and it can record it for the later analysis। ਅਬਜ਼ਰਵਰ ਜਿਹੜੇ ਆ ਉਹ ਸਾਰੀ ਚੀਜ਼ ਨੂੰ ਦੇਖਦੇ ਆ, ਵਿਟਨੈਸ ਕਰਦੇ ਆ, ਰਿਕਾਰਡ ਕਰਕੇ ਰੱਖ ਦਿੰਦੇ ਆ ਤਾਂ ਜੋ ਉਹਨੂੰ ਆਪਾਂ ਬਾਅਦ ਚ ਅੱਗੇ ਜਾ ਕੇ ਲੇਟਰ ਉਸਦਾ ਐਨਾਲਿਸਿਸ ਕਰ ਸਕੀਏ। ਸਟਰਕਚਰ, the group interviews allows for flexibility in the topics covered and the depth with which they are treated। ਉਹ ਇੱਕ ਫਲੈਕਸੀਬਿਲਿਟੀ ਮਿਲ ਜਾਂਦੀ ਹੈ ਆਪਾਂ ਨੂੰ, ਸਟਰਕਚਰ ਫਲੈਕਸੀਬਿਲਿਟੀ ਹੁੰਦੀ ਹੈ, ਠੀਕ ਹੈ, ਕਿਸ ਡੈਪਥ ਨਾਲ ਆਪਾਂ ਟੌਪਿਕਸ ਨੂੰ ਕਵਰ ਕਰਨਾ ਹੈ ਤੇ ਆਪਾਂ ਨੂੰ ਕਿੰਨੀ ਇਨਫੋਰਮੇਸ਼ਨ ਆਪਾਂ ਉਸ ਚੋਂ ਕਲੈਕਟ ਕਰਨੀ ਹੈ, ਇੱਕ ਫਲੈਕਸੀਬਿਲਿਟੀ ਮਿਲ ਜਾਂਦੀ ਹੈ। ਸਪੀਡ, since the number of individuals are being interviewed at the same time, the data collection and the analysis processed relatively quickly। ਆਪਣੇ ਕੋਲ ਜਿਹੜੇ ਇੰਡੀਵਿਜੂਅਲਸ ਹੈ, ਇੰਟਰਵਿਊ ਆਪਾਂ ਬਹੁਤ ਸਾਰੇ ਇੰਡੀਵਿਜੂਅਲ ਨੂੰ ਇੱਕ ਸੇਮ ਟਾਈਮ ਦੇ ਉੱਪਰ ਆਪਾਂ ਉਹਨਾਂ ਦੀ ਇੰਟਰਵਿਊ ਕਰਦੇ ਹਾਂ, ਠੀਕ ਹੈ, ਜਿਸ ਕਰਕੇ ਆਪਣੇ ਕੋਲ ਡਾਟਾ ਕਲੈਕਸ਼ਨ ਤੇ ਐਨਾਲਿਸਿਸ ਥੋੜਾ ਈਜ਼ੀਲੀ ਛੇਤੀ ਹੋ ਜਾਂਦਾ ਹੈ। ਇਹ ਨਹੀਂ ਪਹਿਲਾਂ ਇੱਕ ਬੰਦੇ ਨੇ ਕੀ ਕਿਹਾ ਉਹਦੀ ਆਪਾਂ ਕਲੈਕਸ਼ਨ ਕਰਾਂਗੇ ਦੇਖਾਂਗੇ, ਫਿਰ ਦੂਜੇ ਨੇ ਕੀ ਕਿਹਾ ਉਹਦੀ ਆਪਾਂ ਕਲੈਕਸ਼ਨ ਕਰਾਂਗੇ, ਨਹੀਂ, 4-5 ਬੰਦੇ ਇਕੱਠੇ ਹੀ ਬੈਠੇ ਹੋਏ, ਉਹਨਾਂ ਤੋਂ ਆਪਾਂ ਇਕੱਠੇ ਆਪਾਂ ਨੂੰ ਇਨਪੁਟਸ ਮਿਲ ਗਈਆਂ, ਆਪਾਂ ਈਜ਼ੀਲੀ ਕਲੈਕਟ ਵੀ ਹੋ ਜਾਊਗਾ ਸਾਰਾ, ਆਪਾਂ ਈਜ਼ੀਲੀ ਉਹਨੂੰ ਐਨਾਲਿਸਿਸ ਵੀ ਕਰ ਸਕਦੇ ਹਾਂ। ਦੈਨ ਕੁਝ ਡਿਸਐਡਵਾਂਟੇजेस ਵੀ ਹੈ ਇਹਦੀਆਂ ਫੋਕਸ ਗਰੁੱਪ ਦੀਆਂ। ਫਸਟ ਵਨ ਇਜ਼ ਦ ਮਿਸਯੂਜ਼, ਮਿਸਜੱਜ, ਮੋਡਰੇਸ਼ਨਸ, ਮੈਸੀ ਐਂਡ ਦ ਮਿਸਰਿਪਰੈਜ਼ੈਂਟੇਸ਼ਨਸ। ਮਿਸਯੂਜ਼ ਹੁੰਦਾ ਹੈ, ਫੋਕਸ ਗਰੁੱਪਸ ਕੈਨ ਬੀ ਮਿਸਯੂਜ਼ਡ ਬਾਈ ਕੰਸੀਡਰਿੰਗ ਦ ਰਿਜ਼ਲਟਸ as conclusive rather than the exploratory। ਆਪਾਂ ਫੋਕਸ ਦੇ ਜੋ ਰਿਜ਼ਲਟਸ ਆ ਰਹੇ ਨੂੰ ਮਿਸਯੂਜ਼ ਕਰ ਲੈਂਦੇ ਆ। ਮਿਸਜੱਜ, ਫੋਕਸ ਗਰੁੱਪ ਰਿਜ਼ਲਟਸ ਕੈਨ ਮੋਰ ਈਜ਼ੀਲੀ ਮਿਸਜੱਜ। ਹੁਣ ਸਾਹਮਣੇ ਵਾਲੇ ਬੰਦੇ ਨੇ ਬੋਲਿਆ ਕੁਝ ਹੋਰ, ਠੀਕ ਹੈ, ਆਪਾਂ ਲਿਖ ਕੁਝ ਹੋਰ ਲਿਆ, ਉਹ ਕੁਝ ਹੋਰ ਬੋਲ ਰਿਹਾ ਸੀ, ਕਿਸੇ ਹੋਰ ਸੈਂਸ 'ਚ ਬੋਲ ਰਿਹਾ ਸੀ, ਆਪਾਂ ਕੁਝ ਹੋਰ ਹੀ ਉਸਨੂੰ ਮਿਸਜੱਜ ਕਰ ਗਏ। Moderations, the focus group are difficult to moderate, the moderators with all the desirable skills are rare,
द क्वालिटी ऑफ द रिजल्ट्स डिपेंड्स हैवीली ऑन द स्किल्स ऑफ द मॉडरेटर। ਹੁਣ ਇੰਨੇ ਹਾਈ ਕੁਆਲਿਟੀ ਦੇ ਮੋਡਰੇਟਰਸ ਮਿਲਨੇ ਵੀ ਬਹੁਤ ਔਖੇ ਹੈ, ਕਈ ਵਾਰੀ ਨਹੀਂ ਮਿਲਦੇ ਵੀ ਜਿਸ ਦੇ ਵਿੱਚੋਂ ਸਾਰੀਆਂ ਹੀ ਕੁਆਲਿਟੀਜ਼ ਪੂਰੀਆਂ ਹੋਣ, ਕੋਈ ਨਾ ਕੋਈ ਤਾਂ ਰਹੀ ਜਾਂਦੀ ਹੈ। ਮੈਸੀ ਦਾ ਅਨਸਟਰਕਚਰ ਨੇਚਰ, ਜਿਸ ਕਰਕੇ ਜੇ ਮੋਡਰੇਟਰ ਦੀਆਂ ਸਕਿੱਲਸ ਪ੍ਰੋਪਰ ਨਹੀਂ ਹੋਣਗੀਆਂ, ਪਹਿਲੇ ਵਾਲੇ ਪੁਆਇੰਟ ਵਾਪਸ ਰਿਪੀਟ ਕਰ ਰਹੇ ਹਾਂ, ਤਾਂ ਕੁਆਲਿਟੀ ਆਪਣੀ ਜ਼ਰੂਰ ਮੈਟਰ ਕਰੇਗੀ। ਕੋਸ਼ਿਸ਼ ਕਰੇ, ਕੋਸ਼ਿਸ਼ ਆਪਣੀ ਇਹ ਰਹਿੰਦੀ ਵੀ ਆਪਾਂ ਉਹ ਵਾਲੇ ਬੰਦੇ ਹਾਇਰ ਕਰੀਏ ਜਿਨ੍ਹਾਂ ਕੋਲ ਜ਼ਿਆਦਾ ਤੋਂ ਜ਼ਿਆਦਾ ਐਕਸਪੀਰੀਅੰਸ ਹੋਵੇ, ਘੱਟ ਐਕਸਪੀਰੀਅੰਸ ਨੂੰ ਥੋੜਾ ਆਪਾਂ ਅਵੋਇਡ ਕਰੀਏ। Messy, the unstructured nature of the responses makes coding, analysis, and interpretation difficult. Focus group data tend to be messy. ਹੁਣ no doubt ਕੋਈ ਇਹ ਅਨਸਟਰਕਚਰਡ ਫਾਰਮ ਹੈ, ਸਟਰਕਚਰ ਤਾਂ ਹੈ ਨਹੀਂ ਹੈ, ਠੀਕ ਹੈ ਨਾ, ਇਸ ਕਰਕੇ ਜਿਹੜਾ ਆਪਾਂ ਨੂੰ ਕੋਈ ਡਾਟਾ ਮਿਲਦਾ ਉਹ ਥੋੜਾ ਮੈਸੀ ਜਿਹਾ ਹੋ ਜਾਂਦਾ ਹੈ, ਆਪਾਂ ਉਹਨੂੰ ਪ੍ਰੋਪਰ ਵੇ ਨਾਲ ਕਲੈਕਟ ਵੀ ਨਹੀਂ ਕਰ ਸਕਦੇ। Misrepresentations, the focus group results are not representative of a general population and are not projectable. Consequently, the focus group results should not be sole basis for the decision making. ਠੀਕ ਹੈ, ਹੁਣ ਇਹ ਪੂਰੀ ਦੀ ਪੂਰੀ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਤਾਂ ਗਰੁੱਪ ਦੇ ਵਿਊਜ਼ ਹੈ, ਠੀਕ ਹੈ ਨਾ, ਇਸ ਕਰਕੇ ਆਪਾਂ ਇਹਨੂੰ ਡਿਸੀਜਨ ਮੇਕਿੰਗ ਦਾ ਇੱਕ ਸੋਲ ਬੇਸ ਨਹੀਂ ਲੈ ਸਕਦੇ। ਆਪਾਂ ਤਾਂ ਗਰੁੱਪ ਇਕੱਠਾ ਕੀਤਾ ਹੈ, ਗਰੁੱਪ ਨੇ ਜੋ ਆਪਾਂ ਨੂੰ ਦਿੱਤਾ ਉਹ ਆਪਾਂ ਇਸ ਦੇ ਵਿੱਚ ਪਾ ਲਿਆ। ਦੈਨ ਆਪਣੇ ਕੋਲ ਕੁਝ ਐਪਲੀਕੇਸ਼ਨਸ ਹੈ, ਕਿਸ ਕਿਸ ਜਗ੍ਹਾ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਅੰਡਰਸਟੈਂਡਿੰਗ ਦਾ ਕੰਜ਼ਿਊਮਰ ਪਰਸੈਪਸ਼ਨ, ਪ੍ਰੈਫਰੈਂਸਿਸ ਐਂਡ ਦਾ ਬਿਹੇਵੀਅਰ ਹੋ ਗਿਆ, obtaining impressions of new product concepts ਹੋ ਗਿਆ, generating new ideas, ਆਪਾਂ ਪਿੱਛੇ ਵੀ ਕੁਆਲਿਟੀਵ ਰਿਸਰਚ ਤੇ ਕਰਕੇ ਉਹ ਬੇਸਿਕਲੀ ਇਹਨਾਂ ਦੇ ਪੁਆਇੰਟਸ ਹੈ। Developing creative concepts हो गया, copy material for the advertisements हो गया, securing prices impression भी pricing the key impressions है, obtaining primarily consumer reactions हो गया to specific marketing programs। ਇਹ ਸਾਰਾ ਕੁਝ ਆਪਾਂ ਨੂੰ ਫੋਕਸ ਗਰੁੱਪ ਤੋਂ ਪਤਾ ਲੱਗ ਜਾਂਦਾ। ਗਰੁੱਪ ਹੁੰਦਾ ਉਹਨੂੰ ਆਪਾਂ ਨੂੰ ਇਸ ਦੇ ਰਿਗਾਰਡਿੰਗ, ਕਿਸੇ ਪ੍ਰੋਡਕਟ ਦੇ ਰਿਗਾਰਡਿੰਗ ਜਾਂ ਪ੍ਰੋਡਕਟ ਦੇ ਕਨਸੈਪਟ ਦੇ ਰਿਗਾਰਡਿੰਗ, ਆਰਡਰ ਪ੍ਰੋਡਕਟ ਦੇ ਰਿਗਾਰਡਿੰਗ ਜਾਂ ਐਡਵਰਟੀਜ਼ਮੈਂਟ ਦੇ ਰਿਗਾਰਡਿੰਗ ਜਾਂ ਪ੍ਰਾਈਸਿੰਗ ਦੇ ਰਿਗਾਰਡਿੰਗ, ਠੀਕ ਹੈ, ਜਾਂ ਮਾਰਕੀਟਿੰਗ ਕੈਂਪੇਨਸ ਦੇ ਰਿਗਾਰਡਿੰਗ ਆਪਾਂ ਉਹਨਾਂ ਤੋਂ ਕੁਝ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਕਲੈਕਟ ਕਰ ਸਕਦੇ ਹਾਂ। ਸੋ ਥੀਸ ਵਰ ਦਾ ਐਪਲੀਕੇਸ਼ਨਸ ਆਫ ਦਾ ਫੋਕਸ ਗਰੁੱਪ। ਇਸ ਨਾਲ ਆਪਣਾ ਇੱਕ ਫੋਕਸ ਗਰੁੱਪ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਖਤਮ ਹੁੰਦਾ ਹੈ। ਨੈਕਸਟ ਮੋਡਿਊਲਸ ਦੇ ਵਿੱਚ ਆਪਾਂ ਡੈਪਥ ਤੇ ਪ੍ਰੋਜੈਕਟਿਵ ਟੈਕਨੀਕਸ ਦੇ ਲਈ ਜਾਵਾਂਗੇ। ਸੋ ਥੈਂਕ ਯੂ, ਥੈਂਕਸ ਅ ਲੋਟ ਫॉर ਬੀਇੰਗ ਅ ਪੇਸ਼ੈਂਸ ਆਡੀਅੰਸ।